ਹੈਲੋ ਮਾਈ ਡੀਅਰ ਸਟੂਡੈਂਟਸ, ਕੀ ਹਾਲ ਚਾਲ ਨੇ ਤੁਹਾਡੇ। ਅੱਜ 13 ਜੁਲਾਈ ਨੂੰ ਤੁਹਾਡਾ 9th ਕਲਾਸ ਦਾ ਜਿਹੜਾ ਸਾਇੰਸ ਦਾ ਐਗਜ਼ਾਮ ਸੀ, ਉਮੀਦ ਕਰਦੇ ਹਾਂ ਕਿ ਉਹ ਤੁਹਾਡਾ ਐਗਜ਼ਾਮ ਵਧੀਆ ਗਿਆ ਹੋਵੇਗਾ। ਸੋ ਆਓ ਉਹਦੇ ਜਿਹੜੇ ਆਪਾਂ ਸਲਿਊਸ਼ਨਸ ਹਨ ਉਹਨਾਂ ਨੂੰ ਡਿਸਕਸ ਕਰਦੇ ਹਾਂ। ਸੋ ਫਸਟ ਕੁਐਸਚਨ ਹੈ ਬੇਟਾ ਜੀ, ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਵਿਕਲਪ ਗੈਸਾਂ ਨੂੰ ਦਰਵ ਵਿੱਚ ਬਦਲਣ ਲਈ ਵਰਤਿਆ ਜਾਂਦਾ ਹੈ। ਵਿਚ ਵਨ ਆਫ ਦੀ ਫੋਲੋਇੰਗ ਰਿਪਰਜੈਂਟਸ the suitable condition for the liquefaction of gases। ਸੋ ਇਹਨਾਂ ਦੇ ਵਿੱਚੋਂ ਕਿਹੜੀ ਆਪਸ਼ਨ ਜਿਹੜੀ ਹੈ ਉਹ liquefaction of gases ਦੇ ਲਈ ਸਹੀ ਹੈ। ਸੋ ਫਸਟ ਇਜ਼ ਲੋ ਟੈਂਪਰੇਚਰ ਲੋ ਪ੍ਰੈਸ਼ਰ, ਸੈਕਿੰਡ ਹਾਈ ਟੈਂਪਰੇਚਰ ਲੋ ਪ੍ਰੈਸ਼ਰ, ਥਰਡ ਲੋ ਟੈਂਪਰੇਚਰ ਹਾਈ ਪ੍ਰੈਸ਼ਰ, ਜਾਂ ਫੋਰਥ ਹਾਈ ਟੈਂਪਰੇਚਰ ਹਾਈ ਪ੍ਰੈਸ਼ਰ। ਹੁਣ ਬੇਟਾ ਜੀ ਜਦੋਂ ਆਪਾਂ ਗੈਸਿਸ ਦਾ ਜਿਹੜਾ ਲਿਕੁਇਫਿਕੇਸ਼ਨ ਕਰਦੇ ਹਾਂ, ਗੈਸਿਸ ਨੂੰ ਲਿਕੁਇਡ ਫੋਰਮ ਦੇ ਵਿੱਚ ਕਨਵਰਟ ਕਰਦੇ ਹਾਂ, ਸੋ ਉਹਦੇ ਲਈ ਜੇ ਤੁਹਾਨੂੰ ਬੋਇਲਜ਼ ਲਾ ਚੇਤੇ ਹੋਏ, ਸੋ ਦੈਟ ਇਜ਼ PV ਇਜ਼ ਇਕੁਅਲ ਟੂ ਕੌਂਸਟੈਂਟ। ਸੋ ਵੋਲੀਅਮ ਨੂੰ ਜਿਹੜਾ ਹੈ ਉਹ ਆਪਾਂ ਕੀ ਕਰਨਾ ਹੈ, ਉਹ ਆਪਾਂ ਡਿਕਰੀਜ਼ ਕਰਨਾ ਹੈ, ਠੀਕ ਹੈ ਨਾ। ਲਿਕੁਇਡ ਦੇ ਵਿੱਚ ਜਿਹੜਾ ਵੋਲੀਅਮ ਆਪਾਂ ਡਿਕਰੀਜ਼ ਕਰਦੇ ਹਾਂ, ਅਤੇ ਉਹਦੇ ਲਈ ਸਾਨੂੰ ਕੀ ਕਰਨਾ ਪਏਗਾ, ਪ੍ਰੈਸ਼ਰ ਜਿਹੜਾ ਹੈ ਉਹਨੂੰ ਆਪਾਂ ਵਧਾਉਣਾ ਪਏਗਾ। ਸੋ ਪ੍ਰੈਸ਼ਰ ਆਪਾਂ ਕਿਸ ਤਰ੍ਹਾਂ ਵਧਾ ਸਕਦੇ ਹਾਂ, ਬਾਈ ਡਿਕਰੀਜ਼ਿੰਗ ਦੀ ਟੈਂਪਰੇਚਰ। ਸੋ ਇਹਦੀ ਜਿਹੜੀ ਕਰੈਕਟ ਆਪਸ਼ਨ ਹੈ ਦੈਟ ਇਜ਼ ਲੋ ਟੈਂਪਰੇਚਰ ਐਂਡ ਹਾਈ ਪ੍ਰੈਸ਼ਰ ਦੇ ਉੱਤੇ ਜਿਹੜਾ ਹੈ ਆਪਾਂ ਗੈਸਿਸ ਨੂੰ ਜਿਹੜਾ ਹੈ ਉਹ ਲਿਕੁਇਡ ਫੋਰਮ ਦੇ ਵਿੱਚ ਕਨਵਰਟ ਕਰ ਸਕਦੇ ਹਾਂ। ਇਹਦੀ ਬੈਸਟ ਐਗਜ਼ਾਮਪਲ ਜਿਹੜੀ ਹੈ ਜਦੋਂ ਤੁਸੀਂ ਹਾਇਰ ਕਲਾਸਿਸ ਦੇ ਵਿੱਚ ਪੜ੍ਹੋਗੇ ਬੋਸ-ਆਇਨਸਟਾਈਨ ਕੰਡੈਂਸੇਸ਼ਨ, ਕਿ ਜਿਹੜੀ ਲਿਕੁਇਡ ਗੈਸ ਹੀਲੀਅਮ ਗੈਸ ਹੈ ਉਹਨੂੰ ਆਪਾਂ 19 ਕੈਲਵਿਨ ਦੇ ਉੱਤੇ ਗੈਸਿਸ ਟੂ ਜਿਹੜਾ ਹੈ ਲਿਕੁਇਡ ਫੇਜ਼ ਦੇ ਵਿੱਚ ਕਨਵਰਟ ਕਰ ਦਿੰਦੇ ਹਾਂ। ਸੋ ਥਰਡ ਆਪਸ਼ਨ ਜਿਹੜੀ ਹੈ ਦੈਟ ਇਜ਼ ਦੀ ਕਰੈਕਟ ਆਨਸਰ। ਸੋ ਮੂਵਿੰਗ ਟੂ ਸੈਕਿੰਡ ਕੁਐਸਚਨ, ਜਦੋਂ ਆਪਾਂ ਪਾਣੀ ਨਾਲ ਭਰੇ ਬੀਕਰ ਵਿੱਚ ਕੁਛ ਰਵੇ ਪੋਟਾਸ਼ੀਅਮ ਪਰਮੰਗਨੇਟ ਦੇ ਪਾਉਂਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਕੁਝ ਸਮੇਂ ਬਾਅਦ ਸਾਰਾ ਪਾਣੀ ਜਿਹੜਾ ਹੈ ਉਹ ਗੁਲਾਬੀ ਹੋ ਜਾਂਦਾ ਹੈ। ਵੈਨ ਵੀ ਪੁੱਟ ਸਮ ਕ੍ਰਿਸਟਲਸ ਆਫ ਸੋਡੀਅਮ potassium permanganate in a beaker containing water, ਸੋ ਜਿਹੜਾ whole water turns pink। ਸੋ ਉਹ ਜਿਹੜਾ ਹੈ ਉਹ ਕਿਸ ਕਰਕੇ ਹੋ ਜਾਂਦਾ ਹੈ ਕਿ ਜਿਹੜਾ ਪੋਟਾਸ਼ੀਅਮ ਪਰਮਾਂਗਨੇਟ ਹੈ ਉਹ ਪਾਣੀ ਦੇ ਵਿੱਚ ਜਿਹੜਾ ਹੈ ਪੂਰੀ ਤਰ੍ਹਾਂ ਨਾਲ ਘੁਲ ਜਾਂਦਾ ਹੈ, ਐਂਡ ਦੈਟ ਇਜ਼ ਡਿਊ ਟੂ ਦੀ ਡਿਫਿਊਜ਼ਨ, ਕਿ ਡਿਫਿਊਜ਼ਨ ਕਰਕੇ ਜਿਹੜਾ ਹੈ ਉਹਦੇ ਸਾਰੇ ਦੇ ਸਾਰੇ ਜਿਹੜੇ ਐਟਮਸ ਹਨ ਉਹ ਪੂਰੇ ਪਾਣੀ ਦੇ ਵਿੱਚ ਡਿਫਿਊਜ਼ ਕਰ ਜਾਂਦੇ ਹਨ। ਸੋ ਆਪਸ਼ਨ ਬੀ ਜਿਹੜੀ ਹੈ ਦੈਟ ਇਜ਼ ਦੀ correct answer of this question। So question number 3, which of the following is not a example of heterogeneous mixture। ਸੋ heterogeneous mixture ਬੇਟਾ ਜੀ ਕੀ ਹੁੰਦੇ ਹਨ ਕਿ ਜਿਹੜੇ ਆਪਾਂ ਦੋ ਅਲੱਗ-ਅਲੱਗ ਮਿਕਸਚਰ ਪੂਰੀ ਤਰ੍ਹਾਂ ਨਾਲ ਜਿਹੜੇ ਹਨ ਇੱਕ ਦੂਸਰੇ ਦੇ ਵਿੱਚ ਡਿਫਿਊਜ਼ ਨਹੀਂ ਕਰਦੇ। ਸੋ ਠੀਕ ਹੈ ਨਾ। ਸੋ ਜਿਨ੍ਹਾਂ ਦੀ ਜਿਹੜੀ ਕੰਪੋਜੀਸ਼ਨ ਹੈ ਉਹ ਥਰੂ ਆਊਟ ਦੀ ਮਿਕਸਚਰ ਜਿਹੜੀ ਹੈ ਉਹ ਨੋਨ ਯੂਨੀਫਾਰਮ ਰਹਿੰਦੀ ਹੈ। ਸੋ ਆਇਲ ਇਨ ਵਾਟਰ ਦੈਟ ਇਜ਼ ਏ ਹੈਟਰੋਜੀਨੀਅਸ ਮਿਕਸਚਰ, ਕਿ ਪਾਣੀ ਦੇ ਵਿੱਚ ਜਿਹੜਾ ਤੇਲ ਹੈ ਉਹ ਪੂਰੀ ਤਰ੍ਹਾਂ ਨਹੀਂ ਘੁਲਦਾ। ਗਨ ਪਾਊਡਰ ਵੀ ਜਿਹੜਾ ਹੈ ਹੈਟਰੋਜੀਨੀਅਸ ਮਿਕਸਚਰ ਹੈ। ਥਰਡ ਮਿਕਸਚਰ ਆਫ ਸਲਫਰ ਐਂਡ ਆਇਰਨ ਦੈਟ ਇਜ਼ ਆਲਸੋ ਏ ਹੈਟਰੋਜੀਨੀਅਸ ਮਿਕਸਚਰ। ਸਾਲਟ ਇਨ ਵਾਟਰ, ਜਿਹੜਾ ਨਮਕ ਹੈ ਉਹ ਪਾਣੀ ਦੇ ਵਿੱਚ ਜਿਹੜਾ ਹੈ ਪੂਰੀ ਤਰ੍ਹਾਂ ਦੇ ਨਾਲ ਯੂਨੀਫਾਰਮਲੀ ਘੁਲ ਜਾਂਦਾ ਹੈ। ਸੋ ਇਟ ਇਜ਼ ਏ ਹੋਮੋਜੀਨੀਅਸ ਮਿਕਸਚਰ। ਸੋ ਜਿਹੜੀ ਆਪਸ਼ਨ ਨੰਬਰ 4 ਹੈ ਦੈਟ ਇਜ਼ ਦੀ ਐਗਜ਼ਾਮਪਲ, that is the correct answer of third question। So question number 4, you must have observed that a fruit when unripe is green but it becomes beautifully colored when ripe according to you, ਕਿ ਜਦੋਂ ਜਿਹੜਾ ਫਰੂਟ ਕਹਿੰਦਾ ਹੈ ਉਹ ਜਦੋਂ ਕੱਚਾ ਹੁੰਦਾ ਹੈ ਅਤੇ ਉਹ ਜਿਹੜਾ ਹੈ ਹਰੇ ਰੰਗ ਦਾ ਹੁੰਦਾ ਹੈ, ਅਤੇ ਜਦੋਂ ਉਹ ਪੱਕ ਜਾਂਦਾ ਹੈ ਉਹ ਬਿਊਟੀਫੁਲੀ ਕਲਰਫੁਲ ਜਿਹੜਾ ਹੈ ਫੋਰਮ ਦੇ ਵਿੱਚ ਚੇਂਜ ਹੋ ਜਾਂਦਾ ਹੈ। ਉਹ ਕਿਉਂ ਚੇਂਜ ਹੋ ਜਾਂਦਾ ਹੈ ਬੇਟਾ ਜੀ, ਸੋ ਉਹਦੇ ਵਿੱਚ ਜਦੋਂ ਫਰੂਟ ਜਿਹੜਾ ਹੈ ਕੱਚਾ ਹੈ ਉਹਦੇ ਵਿੱਚ ਕਲੋਰੋਪਲਾਸਟ ਹੁੰਦਾ ਹੈ ਵਿਚ ਇਜ਼ ਆਫ ਗ੍ਰੀਨ ਕਲਰ, ਐਂਡ ਜਦੋਂ ਜਿਹੜਾ ਫਰੂਟ ਹੈ ਉਹ ਪੱਕ ਜਾਂਦਾ ਹੈ ਐਂਡ ਉਹਦੇ ਵਿੱਚ ਜਿਹੜਾ ਹੈ ਕਲੋਰੋਪਲਾਸਟ ਜਿਹੜਾ ਹੈ ਇਟ ਟਰਨਸ ਇਨਟੂ ਕ੍ਰੋਮੋਪਲਾਸਟ ਵਿਚ ਇਜ਼ ਆਫ ਨੋਨ ਗ੍ਰੀਨ ਕਲਰ। ਸੋ ਜਿਹੜਾ ਹੈ ਉਹ ਨੋਨ ਗ੍ਰੀਨ ਕਲਰ ਜਿਹੜਾ ਹੈ ਦੈਟ ਇਜ਼ ਉਹ ਬਿਊਟੀਫੁਲੀ ਕਲਰਡ ਫੋਰਮ ਦੇ ਵਿੱਚ ਚੇਂਜ ਹੋ ਜਾਂਦਾ ਹੈ। ਸੋ ਆਪਸ਼ਨ ਨੰਬਰ ਏ ਜਿਹੜੀ ਹੈ ਦੈਟ ਇਜ਼ ਦੀ ਕਰੈਕਟ ਆਨਸਰ, ਕਿ ਕਲੋਰੋਪਲਾਸਟ ਜਿਹੜਾ ਹੈ ਉਹ ਕ੍ਰੋਮੋਪਲਾਸਟ ਦੇ ਵਿੱਚ ਚੇਂਜ ਹੋ ਜਾਂਦਾ ਹੈ। ਸੋ ਕੁਐਸਚਨ ਨੰਬਰ 5,
A boy goes from A to B with a velocity of 20 meter per minute and comes back from B to A with a velocity of 30 meter per minute। एक लड़का जिहड़ा है वो A तो B जाता है 20 मीटर प्रति मिनट की दूरी दे नाल ते वापस जिहड़ा है वो B तो A जिहड़ा है वो 30 मीटर पर मिनट की जिहड़ी है वेलोसिटी दे नाल आ जाता है। वी हैव टू फाइंड द एवरेज वेलोसिटी। हुण बेटा जी एवरेज वेलोसिटी की है? दैट इज़ द मिनिमम डिस्टेंस जिहड़ा डिसप्लेसमेंट ओवर टाइम है कि उन्हें किन्नी जिहड़ा है विस्थापन तय किया। हुण डिसप्लेसमेंट इस केस दे विच सी कि वो ए पोजीशन तो शुरू होया वापस ए दे उत्ते ही आ गया। सो जिहड़ा उहदा विस्थापन है वो 0 है। देयरफॉर जिहड़ी उहदी एवरेज वेलोसिटी होएगी वो 0 होएगी। सो मूविंग टू क्वेश्चन नंबर 6, थर्ड इक्वेशन ऑफ मोशन। सो तुसी जड़ियाँ किनेटिक इक्वेशनस जड़ियाँ हैं चैप्टर 8 दे विच पढ़ियाँ हैं। सो जिहदे विच जिहड़ी फस्ट इक्वेशन है v इज़ इक्वल टू u प्लस AT, सैकेंड इक्वेशन है s इज़ इक्वल टू u प्लस हाफ AT स्केयर, एंड थर्ड इक्वेशन ऑफ मोशन जिहड़ी तुसी पढ़ी है दैट इज़ v स्केयर माइनस u स्केयर दैट इज़ इक्वल टू 2as, जिहदे विच जिहड़ा है v की है फाइनल वेलोसिटी, u है वो इनिशियल वेलोसिटी है, a इज़ एक्सेलरेशन एंड s इज़ द डिस्टेंस कवर्ड। सो ऑप्शन जिहड़ी b है दैट इज़ द करैक्ट आंसर ऑफ दिस क्वेश्चन नंबर 6। सो मूविंग टू क्वेश्चन नंबर 7, the people in bus are pushed backwards when the bus starts suddenly। कि जदों ਜਿਹੜੇ ਬੱਸ ਦੇ ਵਿੱਚ ਲੋਕ ਹਨ ਜਦੋਂ ਬੱਸ ਰੈਸਟ ਦੇ ਵਿੱਚ ਹੈ ਤੇ ਉਹ ਸਾਰੇ ਰੈਸਟ ਦੇ ਵਿੱਚ ਹਨ। ਜਦੋਂ ਬੱਸ ਆਪਾਂ ਅਚਾਨਕ ਸਟਾਰਟ ਕਰਦੇ ਹਾਂ ਤੇ ਉਹ ਜਿਹੜੇ ਲੋਕ ਹਨ ਉਹ ਪਿੱਛੇ ਨੂੰ ਜਿਹੜੇ ਹਨ ਉਹ ਡਿੱਗ ਜਾਂਦੇ ਹਨ। ਇਹ ਕਿਉਂ ਹੁੰਦਾ ਹੈ? ਦੈਟ ਇਜ਼ ਡਿਊ ਟੂ ਦੀ ਇਨਰਸ਼ੀਆ ਆਫ ਰੈਸਟ। ਕਿ ਪਹਿਲੇ ਜਿਹੜੀ ਹੈ ਬੱਸ ਤੇ ਜਿਹੜੇ ਲੋਕ ਹਨ ਦੇ ਆਰ ਇਨ ਦੀ ਪੋਜੀਸ਼ਨ ਆਫ ਰੈਸਟ, ਐਂਡ ਜਦੋਂ ਬੱਸ ਜਿਹੜੀ ਹੈ ਉਹ ਸਡਨਲੀ ਇਟ ਕਮਜ਼ ਇਨ ਦੀ ਸਟੇਟ ਆਫ ਮੋਸ਼ਨ, ਬਟ ਜਿਹੜੇ ਉਹਦੇ ਵਿੱਚ ਬੈਠੇ ਲੋਕ ਹਨ ਦੇ ਸਟਿਲ ਆਰ ਇਨ ਦੀ ਸਟੇਟ ਆਫ ਰੈਸਟ, ਐਂਡ ਜਿਹਦੇ ਕਰਕੇ ਜਿਹੜੇ ਹਨ ਉਹ ਪਿੱਛੇ ਨੂੰ ਡਿੱਗ ਜਾਂਦੇ ਹਨ। ਸੋ ਆਪਸ਼ਨ ਏ ਜਿਹੜੀ ਹੈ ਦੈਟ ਇਜ਼ ਦੀ ਐਗਜ਼ਾਮਪਲ ਆਫ inertia due to rest। So question number 8, spreading of fragrance of a burning incense stick in a room shows that ਕਿ ਜਦੋਂ ਆਪਾਂ ਅਗਰਬੱਤੀ ਬਾਲਦੇ ਹਾਂ ਤੇ ਉਹਦੀ ਜਿਹੜੀ ਖੁਸ਼ਬੂ ਹੈ ਉਹ ਕਮਰੇ ਦੇ ਚਾਰੇ ਪਾਸੇ ਫੈਲ ਜਾਂਦੀ ਹੈ। ਸੋ ਅਜਿਹਾ ਕਿਉਂ ਹੁੰਦਾ ਹੈ? ਕਿ ਅਜਿਹਾ ਜਦੋਂ ਆਪਾਂ ਅਗਰਬੱਤੀ ਬਾਲਦੇ ਹਾਂ ਉਹਦੇ ਵਿੱਚ ਜਿਹੜੇ ਹਨ ਉਹ ਸੋਲਿਡ ਮਟੀਰੀਅਲ ਉਹ ਬਰਨ ਹੋ ਕੇ ਉਹ ਗੈਸ ਫਾਰਮ ਦੇ ਵਿੱਚ ਵੇਪਰ ਫਾਰਮ ਦੇ ਵਿੱਚ ਕਨਵਰਟ ਹੋ ਜਾਂਦਾ ਹੈ ਤੇ ਉਹਦੇ ਜਿਹੜੇ ਪਾਰਟੀਕਲਸ ਹਨ ਉਹ ਜ਼ਿਗਜ਼ੈਗ ਮੋਸ਼ਨ ਦੇ ਨਾਲ ਸਾਰੇ ਕਮਰੇ ਦੇ ਵਿੱਚ ਡਿਫਿਊਜ਼ ਹੋ ਜਾਂਦੇ ਹਨ। ਸੋ ਦੈਟ ਇਜ਼ ਡਿਊ ਟੂ ਦੀ ਡਿਫਿਊਜ਼ਨ ਆਫ ਜਿਹੜੇ ਉਹਦੇ ਪਾਰਟੀਕਲ ਹਨ ਉਹ ਏਅਰ ਦੇ ਵਿੱਚ ਡਿਫਿਊਜ਼ ਕਰਕੇ ਸਾਰੇ ਕਮਰੇ ਦੇ ਵਿੱਚ ਜਿਹੜੀ ਖੁਸ਼ਬੂ ਫੈਲਾ ਦਿੰਦੇ ਹਨ। ਸੋ ਇਹਦਾ ਜਿਹੜਾ ਕਰੈਕਟ ਆਨਸਰ ਹੈ ਪਾਰਟੀਕਲਸ ਆਫ ਮੈਟਰ ਆਰ ਕੌਨਸਟੈਂਟਲੀ ਮੂਵਿੰਗ। ਕਿ ਜਿਹੜੇ ਉਹਦੇ ਮੈਟਰ ਦੇ ਅੰਦਰ ਪਾਰਟੀਕਲਸ ਹਨ ਐਟਮ ਔਰ ਮੋਲੀਕਿਊਲ ਉਹ ਰੂਮ ਦੇ ਅੰਦਰ ਮੂਵ ਕਰ ਰਹੇ ਹਨ ਤੇ ਫ੍ਰੈਗਰੈਂਸ ਫੈਲਾ ਰਹੇ ਹਨ। ਸੋ ਆਪਸ਼ਨ ਸੀ ਜਿਹੜੀ ਹੈ ਦੈਟ ਇਜ਼ ਦੀ ਕਰੈਕਟ ਆਨਸਰ। ਕੁਐਸਚਨ ਨੰਬਰ 9, ਦੀ undefined nuclear region of prokaryotes is also known as। ਸੋ ਪ੍ਰੋਕੈਰੀਓਟਸ ਜੰਤੂਆਂ ਵਿੱਚ ਕੇਂਦਰਤ ਜੋ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦਾ ਉਸ ਨੂੰ ਕੀ ਕਹਿੰਦੇ ਹਨ? ਸੋ ਉਸ ਨੂੰ ਆਪਾਂ ਨਿਊਕਲੀਓਇਡ ਕਹਿੰਦੇ ਹਾਂ। ਸੋ ਆਪਸ਼ਨ ਨੰਬਰ ਡੀ ਜਿਹੜੀ ਹੈ ਦੈਟ ਇਜ਼ ਦੀ ਕਰੈਕਟ ਆਨਸਰ ਆਫ ਦਿਸ ਕੁਐਸਚਨ। ਕੁਐਸਚਨ ਨੰਬਰ 10th, a man leaves his home at 10:30 AM for a morning walk and return back at 8:15 AM after covering 3 kilometer। ਇੱਕ ਆਦਮੀ ਜਿਹੜਾ ਹੈ ਆਪਣੇ ਘਰ ਤੋਂ ਸੈਰ ਕਰਨ ਜਾਂਦਾ ਹੈ 7:30 ਵਜੇ ਸਵੇਰੇ ਅਤੇ ਵਾਪਸ ਉਸ ਸੈਰ ਕਰਕੇ ਘਰ ਆ ਜਾਂਦਾ ਹੈ 8:15 ਵਜੇ ਆ ਜਾਂਦਾ ਹੈ। ਕਿੰਨਾ ਡਿਸਟੈਂਸ ਉਹ ਟਰੈਵਲ ਕਰਕੇ ਆਉਂਦਾ ਹੈ? 3 ਕਿਲੋਮੀਟਰ ਦਾ। ਅਤੇ ਅਸੀਂ ਦੱਸਣਾ ਹੈ ਕਿ ਉਹਦਾ ਵਿਸਥਾਪਨ ਕਿੰਨਾ ਹੈ, ਉਹਦੀ ਡਿਸਪਲੇਸਮੈਂਟ ਕਿੰਨੀ ਹੈ। ਸੋ ਡਿਸਪਲੇਸਮੈਂਟ ਬੇਟਾ ਜੀ ਦੀ ਮਿਨੀਮਮ ਡਿਸਟੈਂਸ ਬਿਟਵੀਨ 2 ਪੁਆਇੰਟਸ। ਹੁਣ ਉਹ ਆਪਣੇ ਘਰ ਤੋਂ ਗਿਆ ਸੈਰ ਕਰਕੇ ਫਿਰ ਵਾਪਸ ਆਪਣੇ ਘਰ ਹੀ ਆ ਗਿਆ। ਸੋ ਮਿਨੀਮਮ ਡਿਸਟੈਂਸ ਜਿਹੜਾ ਹੈ ਉਹਦਾ ਵਿਸਥਾਪਨ ਕਿੰਨਾ ਹੈ? ਦੈਟ ਇਜ਼ 0। ਸੋ ਉਹਦੀ ਜਿਹੜੀ ਨੈਟ ਡਿਸਪਲੇਸਮੈਂਟ ਹੋਏਗੀ
ਉਹ 0 ਹੋਏਗੀ। ਸੋ ਆਪਸ਼ਨ ਬੀ ਜਿਹੜੀ ਹੈ ਦੈਟ ਇਜ਼ ਦੀ ਕਰੈਕਟ ਆਨਸਰ। 11th ਕੁਐਸਚਨ, ਨਿਊਟਨਸ ਫਸਟ ਲਾ ਆਫ ਮੋਸ਼ਨ, ਨਿਊਟਨ ਦੇ ਪਹਿਲੇ ਸਿਧਾਂਤ ਨੂੰ ਆਪਾਂ ਕੀ ਕਹਿੰਦੇ ਹਾਂ? ਨਿਊਟਨਸ ਫਸਟ ਲਾ ਆਫ ਮੋਸ਼ਨ ਇਜ਼ ਆਲਸੋ ਨੋਨ ਐਜ਼ ਲਾ ਆਫ ਇਨਰਸ਼ੀਆ, ਉਹਨੂੰ ਆਪਾਂ ਜੜਤਾ ਦਾ ਨਿਯਮ ਵੀ ਕਹਿ ਕੇ ਜਾਣਿਆ ਜਾਂਦਾ ਹੈ। ਸੋ 12th ਕੁਐਸਚਨ ਜਿਹੜਾ ਹੈ, ਵਾਟ ਹੈਪਨਸ ਵੈਨ ਯੂ ਐਡ ਸ਼ੂਗਰ ਟੂ ਵਾਟਰ, ਕੀ ਹੁੰਦਾ ਹੈ ਜਦੋਂ ਪਾਣੀ ਦੇ ਵਿੱਚ ਅਸੀਂ ਖੰਡ ਘੋਲਦੇ ਹਾਂ? ਉਹਦੇ ਵਿੱਚ ਬੇਟਾ ਜੀ ਜਿਹੜਾ ਉਹਦਾ ਓਵਰਆਲ ਕੰਸਨਟ੍ਰੇਸ਼ਨ ਹੈ, ਨੰਬਰ ਆਫ ਮੋਲਸ ਜਿਹੜੇ ਹਨ ਉਸ ਲਿਕੁਇਡ ਦੇ ਵਿੱਚ, ਉਸ ਸੋਲਿਊਸ਼ਨ ਦੇ ਵਿੱਚ, ਉਹ ਵੱਧ ਜਾਂਦੇ ਹਨ, ਬਟ ਜਿਹੜਾ ਉਹਦਾ ਨੈਟ ਵੋਲੀਅਮ ਹੈ ਉਹ ਓਨਾ ਹੀ ਰਹਿੰਦਾ ਹੈ। ਸੋ ਵੋਲੀਅਮ ਆਫ ਵਾਟਰ ਰਿਮੇਨਸ ਸੇਮ। ਅਜਿਹਾ ਕਿਉਂ ਹੁੰਦਾ ਹੈ? ਕਿਉਂਕਿ ਜਿਹੜੇ ਵਾਟਰ ਦੇ ਮੋਲੀਕਿਊਲਸ ਹਨ ਉਹਨਾਂ ਦੇ ਵਿੱਚ ਕੁਝ ਗੈਪ ਹੁੰਦਾ ਹੈ, ਐਂਡ ਜਿਹੜੇ ਸ਼ੂਗਰ ਦੇ ਮੋਲੀਕਿਊਲਸ ਹਨ ਉਹ ਉਸ ਗੈਪ ਦੇ ਵਿੱਚ ਫਿਲ ਅਪ ਹੋ ਜਾਂਦੇ ਹਨ। ਸੋ ਜਿਹੜਾ ਉਹਦਾ ਟੋਟਲ ਨੈਟ ਵੋਲੀਅਮ ਹੈ ਉਹ ਆਇਤਨ ਜਿਹੜਾ ਹੈ ਉਹ ਓਨਾ ਹੀ ਰਹਿੰਦਾ ਹੈ। ਸੋ ਆਪਸ਼ਨ ਸੀ ਜਿਹੜੀ ਹੈ ਦੈਟ ਇਜ਼ ਦੀ ਕਰੈਕਟ ਆਨਸਰ। ਕੁਐਸਚਨ ਨੰਬਰ 13, SI ਯੂਨਿਟ ਆਫ ਫੋਰਸ ਇਜ਼ ਕਿਲੋਗ੍ਰਾਮ ਮੀਟਰ ਪਰ ਸੈਕਿੰਡ ਸਕੇਅਰ। ਸੋ ਉਹਨੂੰ ਆਪਾਂ ਹੋਰ ਕਿਹੜੇ ਯੂਨਿਟ ਦੇ ਨਾਲ ਜਾਣਦੇ ਹਾਂ? ਸੋ ਨਿਊਟਨ ਦਾ ਸੈਕਿੰਡ ਲਾ ਆਪਾਂ ਪੜ੍ਹਿਆ ਹੈ, ਮਾਸ ਇਨਟੂ ਐਕਸਲਰੇਸ਼ਨ। ਸੋ ਮਾਸ ਕਿਲੋਗ੍ਰਾਮ ਦੇ ਵਿੱਚ, ਐਕਸਲਰੇਸ਼ਨ ਮੀਟਰ ਪਰ ਸੈਕਿੰਡ ਸਕੇਅਰ। ਸੋ ਫੋਰਸ ਨੂੰ ਜਨਰਲੀ ਆਪਾਂ ਨਿਊਟਨ ਦੇ ਨਾਲ ਵੀ ਰਿਪਰੈਜ਼ੈਂਟ ਕਰਦੇ ਹਾਂ। ਸੋ ਉਹਦੇ ਜਿਹੜੇ ਹੋਰ ਯੂਨਿਟ ਕੀ ਹਨ ਫੋਰਸ ਦੇ? ਸੋ ਨਿਊਟਨ ਵੀ ਉਹਦੇ ਯੂਨਿਟ ਹਨ। ਸੋ ਆਪਸ਼ਨ ਡੀ ਜਿਹੜੀ ਹੈ ਦੈਟ ਇਜ਼ ਦੀ ਕਰੈਕਟ ਆਨਸਰ। ਸੋ ਕੁਐਸਚਨ ਨੰਬਰ 14, 1 ਮਾਈਕਰੋਮੀਟਰ। ਸੋ 1 ਮਾਈਕਰੋਮੀਟਰ ਜਿਹੜਾ ਹੈ ਉਹ ਕਿਹਦੇ ਬਰਾਬਰ ਹੈ? 10⁻⁻⁶ ਮੀਟਰ ਦੇ ਬਰਾਬਰ ਹੈ। ਸੋ ਆਪਸ਼ਨ ਏ ਜਿਹੜੀ ਹੈ ਦੈਟ ਇਜ਼ ਦੀ ਕਰੈਕਟ ਆਨਸਰ ਆਫ ਦਿਸ ਕੁਐਸਚਨ। ਸੋ ਮੂਵਿੰਗ ਟੂ ਕੁਐਸਚਨ ਨੰਬਰ 15, after heating common salt and ammonium chloride for a few minutes we can observe the following on the upper part of the inverted funnel। ਜਦੋਂ ਅਮੋਨੀਅਮ ਕਲੋਰਾਈਡ ਅਤੇ ਸਧਾਰਨ ਨਮਕ ਨੂੰ ਆਪਾਂ ਗਰਮ ਕਰਦੇ ਹਾਂ ਤਾਂ ਚਾਈਨਾ ਡਿਸ਼ ਦੇ ਉੱਪਰ ਉਲਟੀ ਕਰਕੇ ਰੱਖੀ ਕੀਫ ਦੇ ਉੱਪਰਲੀ ਭਾਗ 'ਤੇ ਅਸੀਂ ਕੀ ਦੇਖਦੇ ਹਾਂ? ਸੋ ਉਹਦੇ ਵਿੱਚ ਜਿਹੜਾ ਬੇਟਾ ਜੀ ਅਮੋਨੀਅਮ ਕਲੋਰਾਈਡ ਹੈ ਉਹ ਸਬਲੀਮੇਸ਼ਨ ਪ੍ਰੋਸੈਸ ਦੇ ਨਾਲ ਉਹਦੇ ਵੇਪਰ ਬਣ ਕੇ ਉਹ ਉੱਪਰ ਨੂੰ ਆ ਜਾਂਦੇ ਹਨ ਅਤੇ ਉਹ ਫਨਲ ਦੇ ਨਾਲ ਜਿਹੜੇ ਹਨ ਉਹ ਡਿਪੋਜ਼ਿਟ ਹੋ ਜਾਂਦੇ ਹਨ। ਅਤੇ ਜਿਹੜਾ ਸਾਡੇ ਕੋਲ ਨੀਚੇ ਚਾਈਨਾ ਡਿਸ਼ ਦੇ ਵਿੱਚ ਜਿਹੜਾ ਨਮਕ ਹੈ ਉਹ ਡਿਸ਼ ਦੇ ਥੱਲੇ ਰਹਿ ਜਾਂਦਾ ਹੈ। ਸੋ ਜਿਹੜਾ ਸੋਲਿਡ ਅਮੋਨੀਅਮ ਕਲੋਰਾਈਡ ਹੈ ਉਹ ਉੱਪਰ ਫਨਲ ਦੇ ਨਾਲ ਜੰਮ ਜਾਂਦਾ ਹੈ। ਜਿਹੜਾ ਕਲਰ ਕੀ ਹੈ ਉਹ ਵਾਈਟ ਕਲਰ ਦਾ ਹੁੰਦਾ ਹੈ। ਸੋ ਇਹ ਵਾਈਟ ਸੋਲਿਡ ਡਿਪੋਜ਼ਿਟ ਜਿਹੜਾ ਹੈ ਉਹ ਅਮੋਨੀਅਮ ਕਲੋਰਾਈਡ ਦਾ ਉਸ ਕੀਫ ਦੇ ਉੱਪਰ ਜੰਮ ਜਾਏਗਾ। ਸੋ ਆਪਸ਼ਨ ਸੀ ਜਿਹੜੀ ਹੈ ਦੈਟ ਇਜ਼ ਦੀ ਕਰੈਕਟ ਆਨਸਰ। ਕੁਐਸਚਨ ਨੰਬਰ 16, ਫਰੋਮ ਦੀ ਗਿਵਨ ਵੈਲੋਸਿਟੀ ਟਾਈਮ ਗ੍ਰਾਫ, ਜਿਹੜੇ ਨੀਚੇ ਦਿੱਤੀਆਂ ਆਪਸ਼ਨ ਦੇ ਵਿੱਚੋਂ ਉਹ ਗ੍ਰਾਫ ਨੂੰ ਕੀ ਰਿਪਰੈਜ਼ੈਂਟ ਕਰਦੀ ਹੈ? ਸੋ ਪਹਿਲੀ ਆਪਸ਼ਨ ਹੈ ਬੋਡੀ ਜਿਹੜੀ ਹੈ ਉਹ ਯੂਨੀਫਾਰਮ ਮੋਸ਼ਨ ਦੇ ਵਿੱਚ ਮੂਵ ਕਰ ਰਹੀ ਹੈ, ਬੋਡੀ ਰੈਸਟ ਦੇ ਵਿੱਚ ਹੈ। ਬੋਡੀ ਜਿਹੜੀ ਹੈ ਉਹ ਨੋਨ ਯੂਨੀਫਾਰਮ ਮੋਸ਼ਨ ਦੇ ਵਿੱਚ ਮੂਵ ਕਰ ਰਹੀ ਹੈ ਅਤੇ ਬੋਡੀ ਜਿਹੜੀ ਹੈ ਉਹ ਯੂਨੀਫਾਰਮ ਐਕਸਲਰੇਸ਼ਨ ਦੇ ਨਾਲ ਮੂਵ ਕਰ ਰਹੀ ਹੈ। ਹੁਣ ਬੇਟਾ ਜੀ ਨੋਨ ਯੂਨੀਫਾਰਮ ਦੇ ਵਿੱਚ ਵੀ ਅਸੀਂ ਪੜ੍ਹਿਆ ਸੀ ਕਿ ਜਿਹੜੀ ਬੋਡੀ ਹੈ ਉਹਦੀ ਵੈਲੋਸਿਟੀ ਘਟਦੀ ਵੱਧਦੀ ਰਹਿੰਦੀ ਹੈ, ਜਦ ਕਿ ਗ੍ਰਾਫ ਦੇ ਵਿੱਚ ਤੁਸੀਂ ਦੇਖੋਗੇ ਕਿ ਜਿਹੜੀ ਬੋਡੀ ਹੈ ਉਹ ਇੱਕ ਕੌਂਸਟੈਂਟ ਵੈਲੋਸਿਟੀ ਦੇ ਨਾਲ ਅੱਗੇ ਮੂਵ ਕਰ ਰਹੀ ਹੈ। ਠੀਕ ਹੈ ਨਾ? ਸੋ ਉਹ ਇਹ ਕਿਸ ਮੋਸ਼ਨ ਨੂੰ ਰਿਪਰੈਜ਼ੈਂਟ ਕਰਦਾ ਹੈ? ਇਹ ਇੱਕ ਯੂਨੀਫਾਰਮ ਮੋਸ਼ਨ ਨੂੰ ਰਿਪਰੈਜ਼ੈਂਟ ਕਰਦਾ ਹੈ ਕਿ ਜਿਹੜੀ ਬੋਡੀ ਦੀ ਵੈਲੋਸਿਟੀ ਹੈ ਉਹ ਲਗਾਤਾਰ ਸੇਮ ਹੈ ਅਤੇ ਉਹ ਅੱਗੇ ਜਿਹੜੀ ਹੈ ਉਸ ਫਿਕਸਡ ਵੈਲੋਸਿਟੀ ਦੇ ਨਾਲ ਹੀ ਅੱਗੇ ਮੂਵ ਕਰ ਰਹੀ ਹੈ। ਸੋ ਆਪਸ਼ਨ ਏ ਜਿਹੜੀ ਹੈ ਦੈਟ ਇਜ਼ ਦੀ ਕਰੈਕਟ ਆਨਸਰ। ਸੋ ਕੁਐਸਚਨ ਨੰਬਰ 17, ਟਿੰਕਚਰ ਆਫ ਆਇਓਡੀਨ ਹੈਜ਼ ਐਂਟੀਸੈਪਟਿਕ ਪ੍ਰੋਪਰਟੀਜ਼। ਆਇਓਡੀਨ ਦੇ ਟਿੰਕਚਰ ਵਿੱਚ ਰੋਗਾਣੂ ਰੋਧਕ ਗੁਣ ਹੁੰਦਾ ਹੈ। ਇਹ ਘੋਲ ਜਿਹੜਾ ਹੈ ਆਪਾਂ ਟਿੰਕਚਰ ਸੋਲਿਊਸ਼ਨ ਕਿਸ ਤਰ੍ਹਾਂ ਬਣਾਉਂਦੇ ਹਾਂ? ਸੋ ਟਿੰਕਚਰ ਦਾ ਜਿਹੜਾ ਸੋਲਿਊਸ਼ਨ ਹੈ ਉਹ ਸੋਡੀਅਮ ਆਇਓਡਾਈਡ ਜਾਂ ਪੋਟਾਸ਼ੀਅਮ ਆਇਓਡਾਈਡ ਨੂੰ ਆਪਾਂ ਅਲਕੋਹਲ ਦੇ ਸੋਲਿਊਸ਼ਨ ਅਲਕੋਹਲ ਦੇ ਵਿੱਚ ਮਿਲਾ ਕੇ ਬਣਾਇਆ ਜਾਂਦਾ ਹੈ। ਸੋ ਜਨਰਲੀ ਸੋ ਆਪਸ਼ਨ ਡੀ ਜਿਹੜੀ ਹੈ ਦੈਟ ਇਜ਼ ਦੀ ਕਰੈਕਟ ਆਨਸਰ। ਆਇਓਡੀਨ ਇਜ਼ ਮਿਕਸਡ ਇਨ ਐਥੇਨੋਲ। ਐਥੇਨੋਲ ਦੇ ਨਾਲ ਆਪਾਂ ਮਿਕਸਚਰ ਉਹਨੂੰ ਮਿਕਸ ਕਰਕੇ ਆਪਾਂ ਜਿਹੜੀ ਉਹਦੀ ਟਿਕਸਚਰ ਜਿਹੜਾ ਹੈ ਉਹਨੂੰ ਬਣਾਉਂਦੇ ਹਾਂ। ਸੋ ਆਪਸ਼ਨ ਡੀ ਜਿਹੜੀ ਹੈ ਦੈਟ ਇਜ਼ ਦੀ ਕਰੈਕਟ ਆਨਸਰ। ਕੁਐਸਚਨ ਨੰਬਰ 18, ਸੈੱਲ ਥਿਊਰੀ ਵਾਜ਼ ਗਿਵਨ ਬਾਏ
ਸੈੱਲ ਥਿਊਰੀ ਨੂੰ ਸਭ ਤੋਂ ਪਹਿਲੇ ਜਿਹੜੇ ਹਨ ਦੋ ਸਾਇੰਟਿਸਟ ਨੇ ਜਿਹੜਾ ਹੈ ਉਹ ਦਿੱਤਾ ਸੀ। ਜਰਮਨ ਬੋਟਨਿਸਟ ਜਿਹੜਾ ਹੈ ਐਮ ਸੈਕਲਰਲੇਡਨ ਅਤੇ ਜਿਹੜਾ ਦੂਸਰਾ ਇੰਗਲੈਂਡ ਦਾ ਸਾਇੰਟਿਸਟ ਜੋਲੋਜਿਸਟ ਸੀ ਟੀ ਸ਼ੈਕਵਾਨ। ਦੋ ਸਾਇੰਟਿਸਟ ਨੇ ਜਿਹੜਾ ਹੈ ਸੈੱਲ ਥਿਊਰੀ ਨੂੰ ਐਕਸਪਲੇਨ ਕੀਤਾ ਸੀ। ਸੋ ਆਪਸ਼ਨ ਏ ਜਿਹੜੀ ਹੈ that is the correct answer। 19th question, the continuous zigzag motion of colloidal particle in a dispersion medium is called ਕਿ ਜਿਹੜੇ ਕੋਲਾਈਡਲ ਘੋਲ ਜਿਹੜੇ ਹਨ ਕਣ ਜਿਹੜੇ ਹਨ ਉਹ ਜ਼ਿਗਜ਼ੈਗ ਗਤੀ ਦੇ ਨਾਲ ਜਿਹੜੇ ਹਨ ਉਹ ਡਿਸਪਰਸ਼ਨ ਮਾਧਿਅਮ ਦੇ ਵਿੱਚ ਜਿਹੜੇ ਮੂਵ ਕਰਦੇ ਰਹਿੰਦੇ ਹਨ। ਸੋ ਉਸ ਜਿਹੜੀ ਮੂਵਮੈਂਟ ਨੂੰ ਆਪਾਂ ਕੀ ਕਹਿ ਦਿੰਦੇ ਹਾਂ? ਸੋ ਉਸ ਮੂਵਮੈਂਟ ਨੂੰ ਅਸੀਂ ਬਰੋਨੀਅਨ ਮੂਵਮੈਂਟ ਕਹਿ ਦਿੰਦੇ ਹਾਂ। the movement of colloidal particles in a zigzag path। so option C ਜਿਹੜੀ ਹੈ that is the correct answer of this question। last question number 20, the relation between acceleration, mass and force। so ਇਹਨਾਂ ਤਿੰਨਾਂ ਦੇ ਵਿੱਚ ਆਪਸ ਦੇ ਵਿੱਚ ਕਿਹੜਾ ਰਿਲੇਸ਼ਨ ਸਹੀ ਹੈ? ਸੋ ਅਸੀਂ ਨਿਊਟਨ ਦਾ ਸੈਕਿੰਡ ਲਾ ਆਫ ਮੋਸ਼ਨ ਪੜ੍ਹਿਆ ਸੀ, ਜਿਹਦੇ ਵਿੱਚ ਅਸੀਂ ਪੜ੍ਹਿਆ ਸੀ ਕਿ ਫੋਰਸ ਕਿਹਦੇ ਬਰਾਬਰ ਹੈ? ਮਾਸ ਇਨਟੂ ਐਕਸਲਰੇਸ਼ਨ। ਸੋ ਐਕਸਲਰੇਸ਼ਨ ਕਿਹਦੇ ਬਰਾਬਰ ਹੋਏਗੀ? ਫੋਰਸ ਓਵਰ ਮਾਸ। ਸੋ ਆਪਸ਼ਨ ਡੀ ਜਿਹੜੀ ਹੈ ਦੈਟ ਇਜ਼ ਦੀ ਕਰੈਕਟ ਆਨਸਰ ਆਫ ਦਿਸ ਕੁਐਸਚਨ। ਸੋ ਆਈ ਹੋਪ ਕਿ ਤੁਹਾਨੂੰ ਜਿਹੜੇ ਆਪਣੇ ਆਨਸਰਸ ਹਨ ਉਹ ਪਤਾ ਲੱਗ ਗਏ ਹੋਣਗੇ ਐਂਡ ਤੁਹਾਨੂੰ ਆਪਣੀਆਂ ਗਲਤੀਆਂ ਦਾ ਵੀ ਪਤਾ ਲੱਗ ਗਿਆ ਹੋਏਗਾ ਕਿ ਕਿੱਥੇ ਕਿੱਥੇ ਤੁਸੀਂ ਆਪਣੀਆਂ ਜਿਹੜੀ ਹੈ ਉਹ ਗਲਤੀ ਕੀਤੀ ਹੈ। ਸੋ ਓਕੇ ਡੀਅਰ ਸਟੂਡੈਂਟਸ, ਟਿਲ ਦੈਨ ਗੁੱਡ ਬਾਏ, ਟੇਕ ਕੇਅਰ।